ANB न्यूज़ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰ ਕਿਉਂ ਨਹੀਂ ਭਾਰਤ ਸਰਕਾਰ ਜਿਹੜਾ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ, ਉਸ ਹਮਲੇ ਤੋਂ ਬਾਅਦ ਜਿਹੜੇ ਮਹੱਤਵਪੂਰਨ ਡਾਕੂਮੈਂਟ, ਕਿਤਾਬਾਂ, ਪੁਸਤਕਾਂ ਜਾਂ ਹੋਰ ਸਮਾਨ ਜਿਨ੍ਹਾਂ ਦੇ ਵਿੱਚ ਪੈਸੇ ਵੀ, ਸਿੱਕੇ ਵੀ, ਸੋਨੇ ਚਾਂਦੀ ਦੇ ਗਹਿਣੇ ਵੀ ਸੀ, ਉਹ ਕਬਜ਼ੇ ਵਿੱਚ ਲੈ ਲਏ ਸੀ। ਤੇ ਹੁਣ ਤੱਕ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਮਹੱਤਵਪੂਰਨ ਦਸਤਾਵੇਜ਼ ਜਾਂ ਚੀਜ਼ਾਂ ਜਾਂ ਵਸਤੂਆਂ ਬਰਾਮਦ ਕੀਤੀਆਂ ਗਈਆਂ ਸੀ ਉਹ ਕਿੱਥੇ ਨੇ? ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵਾਪਸ ਕਰ ਦਿੱਤੀਆਂ ਗਈਆਂ ਸੀ ਉਸ ਨੂੰ, ਜਾਂ ਉਸ ਸਮੇਂ ਪੰਜਾਬ ਸਰਕਾਰ ਨੂੰ ਵਾਪਸ ਕਰ ਦਿੱਤੀਆਂ ਗਈਆਂ ਸੀ, ਜਾਂ ਫਿਰ ਸੈਂਟਰ ਸਰਕਾਰ ਨੇ ਹੁਣ ਤੱਕ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕੀਤੀਆਂ ਤੇ ਨਾ ਹੀ ਪੰਜਾਬ ਸਰਕਾਰ ਨੂੰ? ਇਹ ਹੁਣ ਤੱਕ ਮਸਲਾ ਬਣਿਆ ਹੋਇਆ ਜਦੋਂ ਦਾ ਸ਼੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ। ਹਾਲਾਂਕਿ ਉਸ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਆਮ ਜਿਹੜੇ ਲੋਕ ਨੇ 493 ਦੇ ਕਰੀਬ ਸ਼ਹੀਦ ਹੋਏ ਸਨ ਅਤੇ ਨਾਲ ਦੀ ਨਾਲ 83 ਦੇ ਕਰੀਬ ਜਿਹੜੇ ਫੌਜੀ ਉਹ ਵੀ ਮਾਰੇ ਗਏ ਸਨ, ਉਹ ਵੀ ਸ਼ਹੀਦ ਹੋਏ ਸਨ। ਇਹ ਜਿਹੜੇ ਸਰਕਾਰੀ ਅੰਕੜੇ ਨੇ। ਪਰ ਨਾਲ ਦੀ ਨਾਲ ਮਸਲਾ ਇਹ ਹੈ ਕਿ ਹੁਣ ਤੱਕ ਇਹ ਨਹੀਂ ਦੱਸਿਆ ਗਿਆ ਜਿਹੜਾ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ, ਆਖਰ ਉਹ ਜਿਹੜੇ ਦਸਤਾਵੇਜ਼ ਆ, ਮਹੱਤਵਪੂਰਨ ਪੁਸਤਕਾਂ, ਕਿਤਾਬਾਂ, ਫਾਈਲਾਂ, ਸੋਨੇ ਚਾਂਦੀ ਦੇ ਗਹਿਣੇ, ਸਿੱਕੇ, ਪੈਸੇ, ਨਗਦੀ, ਇਹ ਹੁਣ ਤੱਕ ਕਿੱਥੇ ਨੇ? ਕਿਉਂ ਨਹੀਂ ਜਵਾਬ ਦਿੱਤਾ ਜਾ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਸਲੇ 'ਤੇ ਖੁੱਲ੍ਹ ਕੇ ਨਹੀਂ ਦੱਸਦੀ, ਪੰਜਾਬ ਸਰਕਾਰ ਵੀ ਇਸ ਮਸਲੇ 'ਤੇ ਹੁਣ ਤੱਕ ਖੁੱਲ੍ਹ ਕੇ ਨਹੀਂ ਦੱਸਿਆ। ਚਾਹੇ ਉਦੋਂ ਤੋਂ ਲੈ ਕੇ ਹੁਣ ਤੱਕ 36 ਸਾਲ ਹੋ ਚੁੱਕੇ ਨੇ ਕਰੀਬ, ਹੁਣ ਤੱਕ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁੱਲ੍ਹ ਕੇ ਦੱਸਿਆ, ਨਾ ਹੀ ਪੰਜਾਬ ਸਰਕਾਰ ਨੇ ਖੁੱਲ੍ਹ ਕੇ ਦੱਸਿਆ ਤੇ ਨਾ ਹੀ ਸੈਂਟਰ ਸਰਕਾਰ ਨੇ। ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਵੀ ਸਰਕਾਰ ਬਣੀ ਤੇ ਸ਼੍ਰੋਮਣੀ ਅਕਾਲੀ ਦਲ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੂਰਾ ਕੰਟਰੋਲ ਆ, ਉਹ ਵੀ ਇਸ ਮਸਲੇ 'ਤੇ ਚੁੱਪ ਰਹੀ ਆ। ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਸੀ, ਉਹਦੇ ਸ਼੍ਰੋਮਣੀ ਅਕਾਲੀ ਦਲ ਭਾਈਵਾਲ 6 ਸਾਲ ਤੋਂ ਪਹਿਲਾਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੇਲੇ ਵੀ ਸਾਂਝ ਸੀ, ਫਿਰ ਵੀ ਨਹੀਂ ਦੱਸਿਆ ਗਿਆ ਤੇ ਕਾਂਗਰਸ ਸਰਕਾਰਾਂ ਨੇ ਵੀ ਨਹੀਂ ਦੱਸਿਆ, ਚਾਹੇ ਉਹ ਸੈਂਟਰ ਦੇ ਵਿੱਚ ਰਹੀਆਂ ਚਾਹੇ ਪੰਜਾਬ ਸਰਕਾਰ ਦੇ ਵਿੱਚ ਰਹੀਆਂ। ਹੁਣ ਜਿਹੜਾ ਕੇਂਦਰੀ ਸੂਚਨਾ ਕਮਿਸ਼ਨ ਆ, ਜਿਹਨੂੰ CIC ਕਹਿੰਦੇ ਨੇ, ਉਹਨੇ ਕਿਹਾ ਕਿ 1984 ਦੇ ਦੌਰਾਨ ਜਿਹੜਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ, ਉਹਦੇ ਨੂੰ ਲੈ ਕੇ ਜਿਹੜੇ ਬਰਾਮਦ ਵਸਤੂਆਂ ਜਾਂ ਚੀਜ਼ਾਂ ਜਾਂ ਹੋਰ ਸਮੱਗਰੀ ਸੀ ਜਾਂ ਸੈਂਟਰ ਲਾਇਬ੍ਰੇਰੀ ਵਾਲਾ ਮਸਲਾ ਸੀ, ਉਹ ਸਰਵਜਨਿਕ ਜਨਤਕ ਨਹੀਂ ਕੀਤਾ ਜਾ ਸਕਦਾ। ਇਹ ਕੇਂਦਰੀ ਸੂਚਨਾ ਕਮਿਸ਼ਨ ਨੇ ਕਿਹਾ। ਇਸ ਤੋਂ ਪਹਿਲਾਂ ਸੈਂਟਰ ਦੀ ਮੋਦੀ ਸਰਕਾਰ ਨੇ ਕਿਹਾ ਸੀ ਕਿ ਇਹ ਜਨਤਕ ਨਹੀਂ ਕੀਤਾ ਜਾ ਸਕਦਾ ਔਰ ਸੈਂਟਰ ਸਰਕਾਰ ਦੇ ਇਸ ਫੈਸਲੇ ਨੂੰ ਕੇਂਦਰੀ ਸੂਚਨਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਗਾ। YK ਸਿਨਹਾ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਸੈਂਟਰ ਸਰਕਾਰ ਦਾ ਜਿਹੜਾ ਫੈਸਲਾ ਸੀ ਕਿ ਜਿਹੜੀਆਂ ਵਸਤੂਆਂ, ਚੀਜ਼ਾਂ ਜਾਂ ਜਿਹੜੀ ਹੋਰ ਸਮੱਗਰੀ ਆ ਉਹ ਜਿਹੜੀ ਜਨਤਕ ਨਹੀਂ ਕੀਤੀ ਜਾ ਸਕਦੀ, ਉਸ ਫੈਸਲੇ ਨੂੰ, ਸੈਂਟਰ ਸਰਕਾਰ ਦੇ ਉਸ ਫੈਸਲੇ ਨੂੰ ਕੇਂਦਰੀ ਸੂਚਨਾ ਕਮਿਸ਼ਨ ਨੇ ਜਾਇਜ਼ ਠਹਿਰਾ ਦਿੱਤਾ। ਇਹ ਤੇ ਨਾ ਹੀ ਉਹਨਾਂ ਕਿਹਾ ਕਿ ਇਸ ਮਸਲੇ 'ਤੇ ਕੋਈ ਜਿਹੜੀ ਡਾਕੂਮੈਂਟ ਆ, ਦਸਤਾਵੇਜ਼ ਆ, ਉਹ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਕੇਂਦਰੀ ਸੂਚਨਾ ਕਮਿਸ਼ਨ ਇਸ ਮਸਲੇ 'ਤੇ ਆਪਣੀ ਕੋਈ ਦਖਲਅੰਦਾਜ਼ੀ ਦੇ ਸਕਦਾ, ਇਹਦੇ 'ਚ ਕੋਈ ਵੀ ਉਹ ਆਪਣੀ ਭੂਮਿਕਾ ਨਹੀਂ ਅਦਾ ਕਰ ਸਕਦਾ। ਇਸ ਕਰਕੇ ਸੈਂਟਰ ਜਿਹੜਾ ਕਮਿਸ਼ਨ ਆ, ਉਹਨੇ ਸੈਂਟਰ ਸਰਕਾਰ ਦੇ ਉਸ ਫੈਸਲੇ ਨੂੰ ਜਾਇਜ਼ ਠਹਿਰਾ ਦਿੱਤਾ, ਜਿਸ ਫੈਸਲੇ ਦੇ ਵਿੱਚ ਸੈਂਟਰ ਸਰਕਾਰ ਨੇ ਕਿਹਾ ਸੀ ਕਿ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਵੈਸੇ ਦੱਸਿਆ ਜਾ ਰਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਸਮੇਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਸੀ, ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਵਸਤੂਆਂ, ਉਹਦੀ ਜਿਹੜੀ ਸੂਚੀ ਜਾਂ ਜਿਹੜੀ ਸਥਿਤੀ ਸੀ ਉਹ ਪਹਿਲਾਂ ਦੱਸ ਦਿੱਤੀ ਸੀ। ਮੰਤਰਾਲੇ ਦੇ ਮੁਤਾਬਕ ਜਿਹੜਾ ਉਸ ਆਪਰੇਸ਼ਨ ਦੌਰਾਨ 4000 ਦਸਤਾਵੇਜ਼, ਪੁਸਤਕਾਂ, ਫਾਈਲ,
सोने चांदी के गहने ते पैसे सिक्के आदि बरामद होए सन। ये सारी समग्री जां जिहड़े सारे दस्तावेज आ उस समय श्रोमणी गुरुद्वारा प्रबंधक कमेटी जां पंजाब सरकार नूं सौंप दिते सी। ये केंद्री गृह मंत्रालय दस चुक्या, पर नाल दी नाल ये जिहड़ी जानकारी दित्ती गई सी, ये जानकारी तो सिख कौम जां जिहड़े जानकारी लैना चाहुंदे ने वो संतुष्ट नहीं सन। इस करके गुरिंदर सिंह ਚੱਡਾ नामक व्यक्ति ने इस नूं चुनौती दित्ती सी। केंद्री इनफॉर्मेशन जिहड़ा कमीशन है, सूचना कमीशन, उहदे कोल एप्लीकेशन पाई सी। उस एप्लीकेशन च ये जानकारी मंगी सी कि जद श्री दरबार साहब ते भारती फौज वालों हमला किया गया सी, उस हमले दौरान किन्ने लोग शहीद होए ने और उस फौज ने किन्ने दस्तावेज, डॉकूमेंट, किताबां, पुस्तकां, सोने चांदी के गहने, सिक्के ये जिहड़े किन्ने बरामद किए सन। और हुण केंद्री सूचना कमीशन ने भी ये जानकारी देण तो मना ही नहीं किया, बल्कि सेंटर सरकार के उस फैसले ते सही लगा दी आ, मोहर लगा दी पक्के तौर पर कि जिहड़ा सेंटर सरकार ने फैसला लिया कि जानकारी नहीं दी जा सकती, वो बिल्कुल जायज़ आ। उन्नू जानकारी नूं जनतक नहीं किया जा सकता। और कमीशन ने RTI की धारा 8(1)A की हवाला दिता। RTI की धारा 8(1)A का हवाला दिता और नाल ही जानकारी देने तो मना कर दिता। कमीशन ने क्या कि ये जानकारी नहीं दी जा सकती। और ये जिहड़ी धारा उहदी परिभाषा की आ, इस धारा की परिभाषा मुताबक उस जानकारी दे नूं कमीशन मना कर सकदा जिस नाल देश की एकता ते अखंडता नूं खतरा। ये जिहड़ी कमीशन ने कहा कि RTI एक्ट 8(1)A की धारा तहत जानकारी नहीं दी जा सकती, क्योंकि ये जिहड़ी जानकारी मंगी गई आ कि श्री दरबार साहब ते हमले वेले जो फौज ने दस्तावेज उतों इकट्ठे किए सन, डॉकूमेंट इकट्ठे किए सन, किताबां बरामद कीतियां सन, सोने चांदी के गहने बरामद किए सन, सिक्के बरामद किए सन और नगद राशि इकट्ठी की सी, उहदे नाल भी देश की एकता ते अखंडता नूं खतरा। मतलब देश की एकता ते अखंडता नूं इस गल तो खतरा कि सानूं उत्थों अगर ये पता लग गया आम लोगों नूं, सिख भाईचारे नूं, मानवता नूं प्यार करने वाले लोगों नूं अगर ये पता लग गया कि जद दरबार साहब ते भारती फौज ने हमला किया सी, उस हमले तो बाद फोर्स जिहड़ी तैनात की गई सी आर्मी, वो दरबार साहब तो पैसे लै गई, वो दरबार साहब तो किताबां लै गई, वो दरबार साहब तो इंपोर्टेंट दस्तावेज लै गई, वो दरबार साहब तो सोने चांदी के गहने लै गई, वो दरबार साहब तो सिक्के लै गई, वो दरबार साहब तो नगद राशि लै गई। ये जिहड़े चीज़ां वस्तुआं जां महत्वपूर्ण डॉकूमेंट आ, इस नाल भी देश की एकता ते अखंडता नूं खतरा। ये किड्डी वड्डी जानकारी मंगी सी। इस गल तो अंदाज़ा लगा सकदा कि जानकारी 8(1)A के तहत जानकारी मंगण वाले नूं सेंटर सूचना कमीशन ने यह हवाला दे दिता कि जिहड़ी तुसीं जानकारी मंग रहे हो उस नाल देश की एकता ते अखंडता नूं बहुत ज़्यादा खतरा होएगा। इस करके तुहानूं ये जानकारी नहीं दी जा सकती गुरिंदर सिंह ਚੱਡਾ नूं। और नाल दी नाल जिहड़ा सेंटर सरकार ने फैसला लिया कि ये जिहड़ी जानकारी आ जां जिहड़े उस समय जिहड़े डॉकूमेंट उत्थे बरामद किए गए सन, अपने कब्जे च ले गए सी, ਉਹਦੇ ਉਸ ਨੂੰ ਜਨਤਕ नहीं किया जा सकता। पर सब तो वड्डा सवाल आ कि ਇਹ ਜਿਹੜੀਆਂ ਵਸਤੂਆਂ ਨੇ, ਇਹ ਪੈਸਾ, ਸੋਨੇ ਚਾਂਦੀ ਦੇ ਗਹਿਣੇ, ਸਿੱਕੇ, ਨਗਦ ਰਾਸ਼ੀ, ਡਾਕੂਮੈਂਟ, ਦਸਤਾਵੇਜ਼, ਕਿਤਾਬਾਂ, ਕਿ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ। ਕਿ ਸਾਡਾ ਦੇਸ਼ ਇੰਨਾ ਕਮਜ਼ੋਰ ਹੋ ਚੁੱਕਿਆ, ਕਿ ਸਾਡਾ ਦੇਸ਼ ਇੰਨਾ ਖੋਖਲਾ ਹੋ ਚੁੱਕਿਆ, ਕਿ ਸਾਡਾ ਸਮਾਜ ਇੰਨਾ ਖੋਖਲਾ ਹੋ ਚੁੱਕਿਆ, ਕਿ ਸਾਡੀਆਂ ਜਿਹੜੀਆਂ ਸਰਕਾਰਾਂ ਇੰਨੀਆਂ ਖੋਖਲੀਆਂ ਹੋ ਚੁੱਕੀਆਂ, ਕਿ ਸਾਡੀ ਸਰਕਾਰਾਂ ਦੀ ਇੰਨੀ हिम्मत नहीं, इन्ना जिगरा नहीं है कि तुसीं दरबार साहब ते हमला करके उस तो बाद ये जिहड़े महत्वपूर्ण दस्तावेज, डॉकूमेंट, किताबां, पुस्तकां, सोने चांदी के गहने
ਸਿੱਕੇ ਨਗਦ ਰਾਸ਼ੀ ਉਹ ਲੈ ਕੇ ਗਏ ਸੀ, ਤੇ ਅੱਜ ਉਹ ਤੁਹਾਨੂੰ ਲੱਗਦਾ ਕਿ ਅਗਰ ਇਹ ਜਨਤਕ ਕੀਤੇ ਗਏ ਤੇ ਫਿਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ। ਕੀ ਜਿਹੜਾ ਅਸੀਂ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਹਾਂ, ਕਿ ਅਸੀਂ ਜਿਹੜਾ ਸਮਾਜ ਦੇ ਵਿੱਚ ਜਾਤ ਪਾਤ ਦੇ ਹੁਣ ਤੱਕ ਸੰਗਲ ਜਾਂ ਬੇੜੀਆਂ ਸੁੱਟੀਆਂ ਨੇ, ਕਿ ਅਸੀਂ ਜਿਹੜਾ ਧਰਮ ਦੇ ਨਾਮ ਤੇ ਸਿਆਸਤ ਕੀਤੀ ਆ, ਲੋਕਾਂ ਦੇ ਕਤਲ ਕਰਕੇ ਅਸੀਂ ਸਰਕਾਰਾਂ ਬਣੀਆਂ, ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਖਤਰਾ ਨਹੀਂ। ਅਸੀਂ ਸੰਵਿਧਾਨ ਨੂੰ ਕਈ ਵਾਰ ਲੀਰਿਓਂ ਲੀਰ ਕਰ ਦਿੱਤਾ ਕਿ ਉਹ ਦੇਸ਼ ਦੇ ਨੂੰ ਏਕਤਾ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਖਤਰਾ ਨਹੀਂ ਹੈ। ਕਿ ਅਸੀਂ ਫਿਰਕੂਵਾਦ ਨੂੰ ਬੜਾਵਾ ਦੇ ਰਹੇ ਹਾਂ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਨਹੀਂ ਹੈ। ਕਿ ਅਸੀਂ ਸਮਾਜ ਦੇ ਵਿੱਚ ਬਟਵਾਰਾ ਪਾ ਰਹੇ ਹਾਂ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਨਹੀਂ। ਕਿ ਅਸੀਂ ਹਿੰਦੂ ਮੁਸਲਿਮ ਸਿੱਖ ਦੇ ਵਿਚਕਾਰ ਵਿਵਾਦ ਪੈਦਾ ਕਰ ਰਹੇ ਹਾਂ ਕਿ ਏਕਤਾ ਤੇ ਅਖੰਡਤਾ ਨੂੰ ਖਤਰਾ ਨਹੀਂ ਹੈ। ਪਰ ਸਵਾਲ ਹੈ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਉਸ ਹਮਲੇ ਤੋਂ ਬਾਅਦ ਜਿਹੜੇ ਮਹੱਤਵਪੂਰਨ ਡਾਕੂਮੈਂਟ, ਦਸਤਾਵੇਜ਼, ਸੋਨੇ ਚਾਂਦੀ ਦੇ ਜਿਹੜੇ ਸਿੱਕੇ ਨੇ ਜਾਂ ਨਗਦ ਰਾਸ਼ੀ ਕਬਜ਼ੇ 'ਚ ਲਈ ਗਈ, ਕਿ ਉਹਨੂੰ ਉਸ ਦੇ ਮੁਤਾਬਕ ਜਿਹੜੀ ਜਾਣਕਾਰੀ ਲੈਣੀ, ਕਿ ਉਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ। ਸਵਾਲ ਹੈ ਕਿ ਸਾਡਾ ਸਮਾਜ ਤੇ ਸਾਡੀਆਂ ਸਰਕਾਰਾਂ ਖੋਖਲੀਆਂ ਹੋ ਚੁੱਕੀਆਂ। ਔਰ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਨ੍ਹਾਂ ਦਾ ਕੰਟਰੋਲ ਆ, ਹੁਣ ਤੱਕ ਇਹ ਨਹੀਂ ਦੱਸ ਪਾਏ ਕਿ ਆਖਿਰ ਉਹ ਜਿਹੜੇ ਮਹੱਤਵਪੂਰਨ ਡਾਕੂਮੈਂਟ ਆ, ਦਸਤਾਵੇਜ਼ ਆ, ਸੋਨੇ ਚਾਂਦੀ ਦੇ ਗਹਿਣੇ ਨੇ, ਉਹ ਆਖਿਰ ਕਿੱਥੇ ਨੇ। ਉਹ ਦੱਸਣਾ ਹੁਣ ਤੱਕ ਕਿਉਂ ਨਹੀਂ ਆਪਣਾ ਫਰਜ਼ ਸਮਝਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਜਾਂ ਫਿਰ ਪੰਜਾਬ ਸਰਕਾਰ ਕੋਲ ਹੈ, ਜਾਂ ਫਿਰ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਮਹੱਤਵਪੂਰਨ ਜਾਣਕਾਰੀ ਕਿਤੇ ਨਾ ਕਿਤੇ ਬਾਹਰ ਕਿਤੇ ਵੇਚ ਦਿੱਤੀ ਹੋਏਗੀ, ਜਿਸ ਤਰ੍ਹਾਂ ਹੁਣ ਇਹ ਦੱਸਿਆ ਜਾ ਰਿਹਾ ਕਿ ਉੱਥੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਏ ਨੇ। ਪਰ ਸਵਾਲ ਹੈ, ਇਹ ਸਵਾਲ ਦਾ ਜਿਹੜਾ ਜਵਾਬ ਹੈ ਇਹ ਰਹਿੰਦੀ ਦੁਨੀਆ ਤੱਕ ਲੋਕੀ ਲੱਭਣ ਦੀ ਕੋਸ਼ਿਸ਼ ਕਰਨੇ, ਕਿਉਂਕਿ ਬਹੁਤ ਵੱਡੀ ਪ੍ਰਾਪਰਟੀ ਸੀ, ਜਿਸ ਪ੍ਰਾਪਰਟੀ ਦੇ ਬਾਰੇ ਹੁਣ ਇਹ ਦੱਸਣ ਤੋਂ ਗਰੇਜ਼ ਕੀਤਾ ਗਿਆ ਕਿ ਉਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।